उल्ट जोन न आवे। आप पारस परम ध्यानी साच साचे पावे। आनंद अनदिन हरख साचा दुख किल विख पर हरे। सच नाम पाया गुर दिखाया मैल नाही सच मने। संगत मीत मिला पूरा नावण। गावै गावण हार शब्द सुहावणो। सा लाहे साचे मन सतगुर पुन दान दया मते। फिर संग भावै सहज नावै बेणी तसंगम सत सते। आराधे कंकार साचा नित दे चढ़ै सवाया। गात संग मीता संत संगत कर नदर मेल मिलाया। कहन कह सब कोय केवड़ आखिया। हाँ मूर्ख नीच अजान समझा साखी है। सच गुर की साखी अमृत भाखी। तित मन मानिया मेरा कूच करै आवह बिखलादे। शब्द सच्चे गुर मेरा आखण तोट ना भगत भंडारी। भरपुर रहिया सोई नानक साच कह बेनंती। मन मांजै सच सोई आखण तोट ना भगत भंडारी। भरपुर रहिया सोई नानक साच कह बेनंती। मन मांजै सच सोई। वाहिगुरू जी का खालसा वाहिगुरू जी की फतेह। धन धन सतगुरु श्री गुरु ग्रंथ साहिब जी महाराज साहिबां दी पावन पवित्र हजूरी अंदर जुड़ बैठी गुरु दे प्यार वाली गुरु दी साजी नवाजी साध संगत जीओ। सतगुरां दी अपरपार मेहर कृपा रहमत बख्शिश दा सदका अमृत वेले गुरु चरनां विच हाजरी भरन दा सुभागा समा प्राप्त होया है। अमृत वेले तो नितनेम दियां बाणियां दे जाप होए। आशा जी दी वार दे कीर्तन गुरमुखां पासों सरवण कीते ने ते चल रही लड़ीवार कथा अमृतमई बाणी दी सरवण करन लई गुरु चरनां विच जुड़ के बैठे हां। ये पावन शब्द 687 अंक तो आरंभ होके 688 ते संपूर्ण है। धनासरी राग है महला पहला। पहले पातशाह जी कृपा कर रहे ने शांत एक ओंकार सतगुर प्रसाद। रब एक है ओंग प्रकाशक है। कार एक रस है वो सत है उसका ज्ञान सत है। सत नूं प्राप्त करन वास्ते सो गुरु दे ज्ञान की लोड़ है ते गुरु का ज्ञान उसकी कृपा दे नाल ही प्राप्त हुंदा है। तीरथ नावण जाओ तीरथ नाम है। 68 तीर्थ मन्ने जाते ने। 68 तीर्थ देवी थापे पुरबी लगे बाणी। संगरांद मस्या पुन्या नूं लोक तीर्थां ते जाते ने इशनान करते ने। 10 पुरब जिहड़े ने उन्हां पुरबां दे उत्ते तीर्थां ते जाके अपने पाप लाउंदे ने। पर जिहड़े बाहरले तीर्थ ने सच्चे पातशाह कहंदे ना तीर्थां ते नहाउण दे नाल जे मैल उतरदी है ते मैल चढ़दी भी है। असल तीर्थ जिहड़ा आ वो नाम है। नाम रूप तीर्थ विच इशनान कीतियां मैल लहिंदी ही लहिंदी है। ये नाम रूप तीर्थ विच किवें इशनान कीता जांदा है। तीर्थ शब्द विचार अंतर ज्ञान है। शब्द दी जिहड़ी विचार है
ਸੋ ਇਹ ਤੀਰਥ ਹੈ। ਸ਼ਬਦ ਦੀ ਵਿਚਾਰ ਦੇ ਨਾਲ ਜਦੋਂ ਅੰਤਰ ਆਤਮੇ ਗਿਆਨ ਪ੍ਰਗਟ ਹੁੰਦਾ ਹੈ, ਉਸ ਨੂੰ ਨਹਾਉਣਾ ਆਖਿਆ, ਉਹ ਇਸ਼ਨਾਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ। ਗੁਰੂ ਦਾ ਜਿਹੜਾ ਗਿਆਨ ਹੈ ਇਹ ਸੱਚਾ ਤੀਰਥ ਹੈ। ਐਸਾ ਤੀਰਥ ਸਥਾਨ ਹੈ ਵੀ ਇਹਦੇ ਵਿੱਚ ਜਿਹੜੇ ਪਾਪ ਨੇ, ਜਿਵੇਂ 10 ਪੁਰਬ ਮੰਨੇ ਜਾਂਦੇ ਨੇ ਇਹਨਾਂ ਦੇ ਹਿੰਦੂ ਧਰਮ ਦੇ ਵਿੱਚ, ਸੰਗਰਾਂਦ, ਮੱਸਿਆ, ਪੁੰਨਿਆ, ਇਕਾਦਸ਼ੀ, ਦੁਆਦਸ਼ੀ ਆਦਿਕ, ਸੂਰਜ ਗ੍ਰਹਿਣ, ਚੰਦਰ ਗ੍ਰਹਿਣ, ਇਹਨਾਂ ਪੁਰਬਾਂ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਪਾਪ ਖਤਮ ਹੁੰਦੇ ਨੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਗੁਰੂ ਦੇ ਗਿਆਨ ਦਾ ਸੱਚਾ ਤੀਰਥ ਹੈ, ਜਿਹੜਾ ਇਸ ਤੀਰਥ ਵਿੱਚ ਇਸ਼ਨਾਨ ਕਰਦਾ, ਉਹਦੇ ਸਾਰੇ ਹੀ ਪਾਪ ਜਿਹੜੇ ਨੇ ਖਤਮ ਹੋ ਜਾਂਦੇ ਨੇ। ਹਉ ਨਾਮ ਹਰਿ ਕਾ ਸਦਾ ਜਾਚਉ, ਦੇਹੁ ਪ੍ਰਭ ਧਰਣੀ ਧਰਾ। ਧਰਣੀ ਧਰਾ, ਧਰਤੀ ਦਾ ਆਸਰਾ। ਹੇ ਪ੍ਰਮਾਤਮਾ, ਇਹ ਧਰਤੀ ਦੇ ਆਸਰੇ ਮੈਂ ਹਮੇਸ਼ਾ ਹੀ ਤੇਰੇ ਪਾਸੋਂ ਨਾਮ ਦੀ ਮੰਗ ਕਰਦਾ ਹਾਂ, ਸੋ ਕਿਰਪਾ ਕਰਕੇ ਮੈਨੂੰ ਨਾਮ ਦੀ ਦਾਤ ਦਿਓ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਸਾਰਾ ਸੰਸਾਰ ਰੋਗ ਗ੍ਰਸਤ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਰੋਗ ਨੇ, ਸਾਰੇ ਸੰਸਾਰ ਨੂੰ ਚਿੰਬੜੇ ਹੋਏ ਨੇ। ਅਤੇ ਨਾਮ ਹੀ ਦਾਰੂ ਹੈ। ਨਾਮ ਤੋਂ ਬਿਨਾਂ ਇਹ ਜਿਹੜੇ 5 ਰੋਗ ਨੇ ਇਹ ਖਹਿੜਾ ਨਹੀਂ ਛੱਡ ਸਕਦੇ। ਇਹ 5 ਵਿਕਾਰਾਂ ਕਰਕੇ ਸਾਰਾ ਸੰਸਾਰ ਮੈਲਾ ਹੈ, ਸੰਸਾਰ ਦੇ ਜੀਅ ਮੈਲੇ ਨੇ। ਸੱਚ ਤੋਂ ਦੂਰ ਹੋਣ ਕਰਕੇ ਮੈਲ ਲੱਗਦੀ ਬੜੀ ਹੈ। ਜਾਂ ਤਾਂ ਸੱਚ ਦੇ ਨੇੜੇ ਰਹਿਣ, ਮੈਲ ਘੱਟ ਲੱਗਦੀ ਹੈ। ਜਿਹੜੀ ਲੱਗ ਜਾਂਦੀ ਉਹ ਚੜ੍ਹ ਜਾਂਦੀ, ਲੈ ਜਾਂਦੀ ਛੇਤੀ। ਪਰ ਸੱਚ ਤੋਂ ਵੀ ਦੂਰੀ ਬਣਾਈ ਹੋਈ ਹੈ ਨਾ, ਜਿਹਦੇ ਕਰਕੇ ਬੜੀ ਛੇਤੀ ਮੈਲਾ ਹੋ ਜਾਂਦਾ ਹੈ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਮ। ਗੁਰਵਾਕ, ਗੁਰੂ ਦੇ ਬਚਨ ਨਿਰਮਲ ਨੇ, ਪਵਿੱਤਰ ਨੇ। ਗੁਰੂ ਦੇ ਬਚਨ ਹੀ ਮੈਲ ਤੋਂ ਰਹਿਤ ਕਰ ਦਿੰਦੇ ਨੇ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਬਚਨ ਹੀ ਤਾਂ ਗੁਰੂ ਹੈ, ਬਾਣੀ ਹੀ ਤਾਂ ਗੁਰੂ ਹੈ। ਸ੍ਰੀ ਗੁਰੂ ਦੇ ਬਚਨ ਨੇ ਨਿਰਮਲ, ਮੈਲ ਤੋਂ ਰਹਿਤ ਨੇ। ਸਦਾ ਚਾਨਣ, ਇੱਕ ਤਾਂ ਮੈਲ ਨਹੀਂ ਹੈ ਗੁਰੂ ਦੇ ਬਚਨਾਂ 'ਚ, ਦੂਸਰਾ ਸदैਵੀ ਚਾਨਣ ਹੈ। ਅੰਤਰ ਆਤਮੇ ਹਮੇਸ਼ਾ ਚਾਨਣ ਰਹਿੰਦਾ। ਜਿਹੜੇ ਗੁਰੂ ਦੇ ਬਚਨਾਂ ਨੂੰ ਮੰਨਦੇ ਨੇ ਕਦੀ ਹਨੇਰੇ 'ਚ ਨਹੀਂ ਰਹਿੰਦੇ। ਉਹ ਕਦੀ ਮੋਹ ਦੀਆਂ ਚੋਟਾਂ ਨਹੀਂ ਖਾ ਸਕਦੇ। ਅਗਿਆਨਤਾ ਦਾ ਹਨੇਰਾ ਉੱਥੇ ਕਦੀ ਨਹੀਂ ਹੁੰਦਾ। ਸੋ ਉਹ ਸਮੇਂ ਦੀ ਪਹਿਚਾਣ ਕਰਦੇ ਨੇ। ਜਿਹੜਾ ਸਮੇਂ ਦੀ ਪਹਿਚਾਣ ਕਰਦਾ ਉੱਥੇ ਚਾਨਣ ਹੈ। ਜੇ ਸਮੇਂ ਦੀ ਪਹਿਚਾਣ ਨਹੀਂ ਹੋ ਰਹੀ, ਹਨੇਰੇ 'ਚ ਹੈ। ਸੋ ਗੁਰੂ ਦੇ ਵਾਕ ਸਾਨੂੰ ਵਕਤ ਦੀ, ਸਮੇਂ ਦੀ, ਕਾਲ ਦੀ ਸੋਝੀ ਕਰਾਉਂਦੇ ਨੇ। ਇਸ ਕਰਕੇ ਸदैਵੀ ਚਾਨਣ, ਹਮੇਸ਼ਾ ਚਾਨਣ ਹੈ। ਅਤੇ ਇਹ ਗੁਰੂ ਦੇ ਬਚਨਾਂ ਦਾ ਜਿਹੜਾ ਤੀਰਥ ਹੈ, ਇਹ ਅਸਲ ਇਸ਼ਨਾਨ, ਇਹ ਸੱਚਾ ਤੀਰਥ ਹੈ। ਗੁਰੂ ਦੇ ਬਚਨਾਂ ਨੂੰ ਵਿਚਾਰਦਾ, ਮੰਨਦਾ, ਇਹ ਸੱਚਾ ਤੀਰਥ ਹੈ। ਸਾਚ ਨਾ ਲਾਗੈ ਮੈਲ, ਕਿਆ ਮਲ ਧੋਈਐ। ਸੱਚ ਨੂੰ ਕਦੀ ਮੈਲ ਨਹੀਂ ਲੱਗਦੀ ਹੈ। ਸੱਚ ਨੂੰ ਕਦੀ ਮੈਲ ਨਹੀਂ ਲੱਗਦੀ। ਜੇ ਸੱਚ ਨੂੰ ਮੈਲ ਨਹੀਂ ਲੱਗਦੀ, ਫਿਰ ਮੈਲ ਨੂੰ ਫਿਰ ਧੋਣਾ ਕੀ ਹੈ? ਕਿਆ ਮਲ ਧੋਈਐ, ਜਦੋਂ ਮੈਲ ਹੀ ਹੈ ਨਹੀਂ ਫਿਰ ਧੋਣਾ ਕੀ ਹੈ? ਜਦੋਂ ਮਨ ਸੱਚਾ ਸੁੱਚਾ ਹੋ ਜਾਂਦਾ, ਸ਼ਬਦ ਵਿੱਚ ਇਸ਼ਨਾਨ ਕਰਕੇ, ਫਿਰ ਇਹਦਾ ਧੋਣਾ ਕੀ ਹੈ? ਇਹ ਤਾਂ ਪਵਿੱਤਰ ਹੈ, ਪਾਕ ਪਵਿੱਤਰ ਬਣ ਗਿਆ। ਇੱਥੋਂ ਤੱਕ ਕਬੀਰ ਸਾਹਿਬ ਦੇ ਬਚਨ ਆਉਂਦੇ ਨੇ, ਕਹਿੰਦੇ ਮਨ ਗੰਗਾ ਪਿਆ, ਮਨ ਨਿਰਮਲ ਪਿਆ ਜੈਸੇ ਗੰਗਾ ਨੀਰ। ਮਨ ਹੀ ਗੰਗਾ ਬਣ ਜਾਂਦਾ। ਮਨ, ਭਗਤਾਂ ਦਾ ਮਨ ਜਿਹੜਾ ਦੂਸਰਿਆਂ ਨੂੰ ਪਵਿੱਤਰ ਕਰਨ ਵਾਲਾ ਬਣ ਜਾਂਦਾ। ਅਤੇ ਦੂਸਰਿਆਂ ਦੀ ਮੈਲ ਤਾਂ ਨਹੀਂ ਕੀ ਲੈਣੀ। ਜਿੱਦਾਂ ਗੰਗਾ ਦੂਸਰਿਆਂ ਦੀ ਮੈਲ ਧੋਂਦੀ ਹੈ, ਇਸ ਤਰ੍ਹਾਂ ਭਗਤ ਦਾ ਮਨ ਹੋ ਜਾਂਦਾ। ਭਗਤ ਦੇ ਵਿਚਾਰ ਇੱਦਾਂ ਦੇ ਹੋ ਜਾਂਦੇ ਨੇ, ਉਹ ਦੂਸਰਿਆਂ ਨੂੰ ਪਵਿੱਤਰ ਕਰਦੇ ਨੇ।
ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਸਾਚ ਨਾ ਲਾਗੈ ਮੈਲ, ਸੱਚ ਨੂੰ ਕਦੀ ਮੈਲ ਨਹੀਂ ਲੱਗਦੀ ਹੈ। ਕਿਆ ਮਲ ਧੋਈਐ, ਜਦ ਮੈਲ ਹੀ ਨਹੀਂ ਲੱਗਦੀ ਤੇ ਕੀ ਮਲ ਕੇ ਧੋਣਾ। ਗੁਣ ਹੈ ਹਾਰ ਪਰੋਏ, ਕਿਸ ਕੋ ਰੋਈਐ। ਭਗਤ ਜਨ ਉਹ ਗੁਣਾਂ ਦਾ ਹਾਰ ਪਰੋ ਕੇ ਆਪਣੇ ਗਲ ਵਿੱਚ ਪਾ ਕੇ ਰੱਖਦੇ ਨੇ। ਉੱਥੇ ਦੱਸੋ ਕੋਈ ਰੋਣਾ ਧੋਣਾ ਹੁੰਦਾ? ਫਿਰ ਕਿਸ ਕੋ ਰੋਈਏ, ਕਿਹਨੂੰ ਰੋਂਦੇ ਨੇ? ਭਗਤ ਕਿਸੇ ਨੂੰ ਰੋਂਦਾ ਨਹੀਂ? ਰੋਂਦਾ ਕਿਉਂ ਬਈ? ਸ਼ੁਭ ਗੁਣਾਂ ਦਾ ਹਾਰ ਉਹਨੇ ਆਪਣੇ ਗਲ 'ਚ ਪਾਇਆ ਹੋਇਆ। ਸੋ ਜਿਸ ਨੇ ਆਪਣੇ ਗਲ ਵਿੱਚ ਨਾਮ ਦਾ ਹਾਰ ਪਾ ਲਿਆ, ਉਹਦੀ ਜ਼ਿੰਦਗੀ 'ਚ ਕਦੀ ਰੋਣਾ ਧੋਣਾ ਨਹੀਂ ਹੁੰਦਾ, ਕਦੀ ਚਿੰਤਾ ਨਹੀਂ ਹੈ, ਕਦੀ ਫਿਕਰ ਨਹੀਂ ਹੈ। ਜਿਸ ਨੇ ਨਾਮ ਦੇ ਸੁਹਾਰ ਨੂੰ ਆਪਣੇ ਗਲ ਵਿੱਚ ਪਾ ਲਿਆ। ਵਿਚਾਰ ਮਾਰੈ, ਆਪਣੇ ਵਿਚਾਰਾਂ ਨੂੰ ਮਾਰਨਾ ਬੜਾ ਜ਼ਰੂਰੀ ਹੈ। ਜਿਹੜੇ ਆਪਣੇ ਵਿਚਾਰ ਕਿਵੇਂ ਮਰਦੇ ਨੇ? ਮਨ ਦੇ ਵਿਚਾਰ ਮਾਰਨੇ ਹੋਣ ਤਾਂ ਗੁਰੂ ਦੀ ਵਿਚਾਰ ਕਰਨੀ ਚਾਹੀਦੀ ਹੈ। ਸ਼ਬਦ ਦੀ ਵਿਚਾਰ ਕਰੋ, ਮਨ ਦੇ ਵਿਚਾਰ ਮਰ ਜਾਂਦੇ ਨੇ। ਜਿਵੇਂ ਲੋਹਾ ਲੋਹੇ ਨੂੰ ਕੱਟਦਾ, ਹੀਰਾ ਹੀਰੇ ਨੂੰ ਵੇਧਦਾ, ਵਿਚਾਰ ਹੀ ਵਿਚਾਰ ਨੂੰ ਮਾਰ ਸਕਦਾ ਹੈ। ਗੁਰਬਾਣੀ ਦੀ ਵਿਚਾਰ ਮਨ ਦੇ ਵਿਚਾਰ ਨੂੰ ਮਾਰ ਦਿੰਦੀ ਹੈ। ਵਿਚਾਰ ਮਾਰੈ ਤਰੈ, ਜਿਹੜਾ ਆਪਣੇ ਵਿਚਾਰਾਂ ਨੂੰ ਮਾਰਦਾ ਗੁਰਬਾਣੀ ਦੇ ਨਾਲ, ਉਹ ਹੀ ਇਸ ਸੰਸਾਰ ਤੋਂ ਤਰਦਾ ਧਾਰੈ। ਤਰਿਆ ਹੋਇਆ ਹੀ ਦੂਸਰਿਆਂ ਨੂੰ ਤਾਰ ਸਕਦਾ ਹੈ। ਉਲਟ ਜੋਨ ਨ ਆਵੈ, ਟੇਢੀਆਂ ਜੋਨਾਂ। ਉਲਟ ਹੁੰਦਾ ਪਲਟ ਕੇ ਮੁੜ ਕੇ ਜੋਨਾਂ 'ਚ ਨਹੀਂ ਹੁੰਦਾ। ਜਦੋਂ ਇੱਕ ਵਾਰੀ ਚਲਾ ਗਿਆ ਨਾ, ਹੁਣ ਜਦੋਂ ਦੁਬਾਰਾ ਜਿਹੜੇ ਆਉਂਦੇ ਨੇ ਮਤਲਬ ਉਲਟ ਗਏ, ਉਲਟਿਆ ਪਲਟਿਆ। ਇੱਕ ਵਾਰੀ ਸੰਸਾਰ ਤੋਂ ਕੂਚ ਕਰ ਗਿਆ, ਮੁੜ ਕੇ ਫਿਰ ਜੋਨ 'ਚ ਨਹੀਂ ਆਉਂਦਾ। ਉਲਟ ਜੋਨ ਨਾ ਆਵੇ। ਸੋ ਟੇਢੀਆਂ ਜੋਨਾਂ, ਜਦੋਂ ਆਪਾਂ ਜੋਨਾਂ ਵੱਲ ਵੇਖਦੇ ਹਾਂ, ਇੱਕ ਮਾਨਸ ਜੋਨ ਨੂੰ ਛੱਡ ਕੇ ਬਾਕੀ ਦੱਸੋ ਜਿਹੜੀਆਂ ਜਿੰਨੀਆਂ ਜੋਨਾਂ ਨੇ ਉਹਨਾਂ ਦਾ ਖਾਣਾ ਪੀਣਾ ਰਹਿਣਾ ਅਤੇ ਕਿਹੋ ਜਿਹਾ। ਉਂਝ ਮਨੁੱਖ ਜੋਨ ਵੀ ਜੇ ਹੁਣ ਕੰਮ ਹੀ ਟੇਢੇ ਨੇ, ਆਪਣੀ ਆਪ ਜੋਨ ਟੇਢੀ ਕਰ ਲੈਂਦਾ। ਮਨੁੱਖਾ ਜੋਨ ਤਾਂ ਸੀਗੀ ਤਾਂ ਸਭ ਤੋਂ ਉੱਤਮ, ਪਰ ਇਹਨੇ ਕੰਮ ਟੇਢੇ ਕਰ ਲਿਆ। ਬਾਣੀ ਕਹਿੰਦੀ ਨਾ, ਚਲਤ ਕਤ ਟੇਢੇ, ਕਾਹਨੂੰ ਟੇਢਾ ਚਲੇ ਜਾਣਾ। ਐਂਡੋ ਟੇਢੋ ਜਾਤ, ਫਿਰ ਟੇਢਾ ਹੀ ਬਣ ਗਿਆ। ਜਦੋਂ ਐਂਡੋ ਟੇਢ ਜਦ ਪੁੱਠੇ ਸਿੱਧੇ ਕੰਮ ਕਰਦਾ, ਫਿਰ ਇਹ ਆਪਣੀ ਜੋਨ ਨੂੰ ਟੇਢੀ ਬਣਾ ਲੈਂਦਾ। ਜਦੋਂ ਆਪਣੀ ਜੋਨ ਆਪਣੇ ਜਨਮ ਨੂੰ ਟੇਢਾ ਬਣਾਉਂਦਾ, ਟੇਢਾ ਮੇਢਾ ਚੱਲਦਾ, ਫਿਰ ਭਾਈ ਆ ਜਿਹੜੀਆਂ ਦੂਸਰੀਆਂ ਜੋਨਾਂ ਨੇ ਉਹਦੇ ਵਿੱਚ ਤਾਂ ਮਨੁੱਖ ਵਿੱਚ ਫਰਕ ਕੀ ਰਹਿ ਗਿਆ। ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਇਸ ਕਰਕੇ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਭਾਈ ਜੇ ਆਪਣੇ ਮਨ ਦੇ ਵਿਚਾਰਾਂ ਨੂੰ ਮਾਰ ਲਵੇਂਗਾ ਬਾਣੀ ਦੀ ਵਿਚਾਰ ਦੇ ਨਾਲ, ਉਲਟ ਜੋਨ ਨਾ ਆਵੇ, ਪਰਤ ਕੇ ਜਨਮ ਨਹੀਂ ਲਵੇਂਗਾ। ਟੇਢਾ ਮੇਢਾ ਨਹੀਂ ਫਿਰ ਚੱਲੇਗਾ। ਆਪ ਪਾਰਸ, ਉਹ ਪਾਰਸ ਹੈ। ਸੋ ਪਾਰਸ ਵੀ ਇੱਦਾਂ ਦਾ ਜਿਹੜਾ ਪਾਰਸ ਹੀ ਕਰ ਦਿੰਦਾ ਹੈ। ਜਿਹੜਾ ਦੁਨਿਆਵੀ ਪਾਰਸ ਹੈ ਤਾਂ ਸੋਨਾ ਹੀ ਕਰਦਾ ਨਾ, ਪਾਰਸ ਨਹੀਂ ਕਰਦਾ। ਪਰ ਗੁਰੂ ਪਾਰਸ ਐਸਾ ਹੈ, ਇਹ ਪਾਰਸ ਹੀ ਕਰ ਦਿੰਦਾ। ਆਪ ਪਾਰਸ, ਉਹ ਆਪ ਹੀ ਪਾਰਸ ਹੈ। ਕੀ ਸ਼ਬਦ ਪਰਮ ਧਿਆਨੀ, ਸਭ ਤੋਂ ਵੱਡਾ ਧਿਆਨੀ ਗੁਰੂ ਸਭ ਤੋਂ ਵੱਡਾ ਧਿਆਨੀ ਹੈ। ਸੋ ਸ਼ਬਦ ਦੁਆਰਾ ਧਿਆਨ ਲਾਈਏ ਤਾਂ ਵੱਡੇ ਧਿਆਨ ਦੀ ਪ੍ਰਾਪਤੀ ਹੁੰਦੀ ਹੈ। ਮਤਲਬ ਮਾਇਆ ਵਾਲੇ ਪਾਸੇ, ਸੰਸਾਰ ਦੇ ਦੁੱਖਾਂ ਸੁੱਖਾਂ 'ਚ ਧਿਆਨ ਨਹੀਂ ਵੰਡ ਹੁੰਦਾ ਕਦੀ। ਸਾਚੇ ਭਾਵੇ, ਜਿਹੜਾ ਸ਼ਬਦ ਵਿੱਚ ਧਿਆਨ ਜੋੜਦਾ ਉਹ ਸੱਚਾ ਬਣਦਾ। ਜਦੋਂ ਸੱਚਾ ਬਣਦਾ ਹੈ, ਉਹ ਸਾਚੇ ਨੂੰ ਪਾਉਂਦਾ ਹੈ। ਜਿੰਨਾ ਚਿਰ ਇਹ ਸੱਚਾ ਸੁੱਚਾ ਨਹੀਂ ਹੁੰਦਾ, ਸਾਚੇ ਨੂੰ ਨਹੀਂ ਪਾ ਸਕਦਾ। ਆਨੰਦ ਦਿਨ ਰਾਤ ਆਨੰਦ ਬਣਿਆ ਰਹਿੰਦਾ। ਹਰਖ ਸਾਚਾ, ਉਹ ਸੱਚਾ ਹਰਖ ਹੈ, ਸੱਚੀ ਖੁਸ਼ੀ ਹੈ।
ਜਿਹੜਾ ਦਿਨ ਰਾਤ ਦਾ ਆਨੰਦ ਹੈ ਜਾਂ ਸੱਚੀ ਜਿਹੜੀ ਖੁਸ਼ੀ ਹੈ ਉਹਨੂੰ ਪ੍ਰਾਪਤ ਹੁੰਦੀ ਹੈ ਜਿਹੜਾ ਗੁਰਬਾਣੀ ਦੀ ਵਿਚਾਰ ਨੂੰ ਹਿਰਦੇ 'ਚ ਵਸਾਉਂਦਾ ਅਤੇ ਭਾਣੇ ਵਿੱਚ ਰਹਿੰਦਾ ਹੈ। ਦੁੱਖ ਕਿਲ ਵਿਖ ਪਰ ਹਰੇ, ਜਿਹੜਾ ਪਾਪਾਂ ਦਾ ਦੁੱਖ ਸੀਗਾ ਉਹ ਦੂਰ ਹੋ ਜਾਂਦਾ ਹੈ। ਸਾਡੇ ਹੀ ਪਾਪਾਂ ਦਾ ਦੁੱਖ ਜਿਹੜਾ ਸਾਨੂੰ ਦੁਖੀ ਕਰਦਾ ਹੈ, ਪਰ ਜਦੋਂ ਬਾਣੀ ਦੀ ਵਿਚਾਰ ਕੀਤੀ, ਮਨ ਦੇ ਵਿਚਾਰਾਂ ਨੂੰ ਮਾਰ ਲਿਆ, ਇਹ ਪਾਪਾਂ ਦੇ ਦੁੱਖ ਸੀ ਸਾਰੇ ਦੂਰ ਹੋ ਗਏ, ਪਰੇ ਹੋ ਗਏ, ਨਸ਼ਟ ਹੋ ਗਏ। ਸੱਚ ਨਾਮ ਪਾਇਆ, ਸੱਚਾ ਨਾਮ ਪਾਇਆ ਕਿਹਦੇ ਤੋਂ? ਗੁਰੂ ਤੋਂ। ਗੁਰ ਦਿਖਾਇਆ। ਹੁਣ ਜਿਹੜੀ ਚੀਜ਼ ਦਿਸਦੀ ਨਹੀਂ ਉਹਨੂੰ ਪਾਉਣਾ ਕੀ ਹੈ? ਪਹਿਲੋਂ ਗੁਰੂ ਨੇ ਸੱਚੇ ਨਾਮ ਦੀ ਸੋਝੀ ਕਰਾਤੀ ਵੀ ਆਹ ਸੱਚਾ ਨਾਮ ਹੈ ਅਤੇ ਇੱਦਾਂ ਪਾਈਦਾ। ਅਤੇ ਗੁਰੂ ਦੀ ਕਿਰਪਾ ਨਾਲ, ਸ਼ਬਦ ਦੀ ਕਿਰਪਾ ਦੇ ਨਾਲ ਪਹਿਲੋਂ ਸੱਚੇ ਨਾਮ ਨੂੰ ਦੇਖਿਆ, ਗੁਰੂ ਨੇ ਦਿਖਾਲ ਦਿੱਤਾ, ਸੋਝੀ ਦੇ ਦਿੱਤੀ ਅਤੇ ਫਿਰ ਪਾ ਲਿਆ। ਮੈਲ ਨਾਹੀਂ ਸੱਚ ਮਨੇ, ਹੁਣ ਇੰਨਾ ਮਨ ਸੱਚਾ ਸੁੱਚਾ ਹੋ ਗਿਆ, ਹੁਣ ਮੈਲ ਰੰਚਕ ਮਾਤਰ ਵੀ ਹੈ ਨਹੀਂ, ਮਨ ਵਿੱਚ ਹੁਣ ਕੋਈ ਮੈਲ ਨਹੀਂ ਰਹਿ ਗਈ। ਸੰਗਤ ਮੀਤ ਮਿਲਾਪ, ਪੂਰਾ ਨਹਾਵਣ। ਪੂਰਾ ਇਸ਼ਨਾਨ ਕਿਹੜਾ ਹੁੰਦਾ? ਪੂਰਾ ਇਸ਼ਨਾਨ ਜਦੋਂ ਇਹ ਸੰਗਤ ਦੇ ਵਿੱਚ ਰਹਿ ਕੇ ਪੂਰੇ ਗੁਰੂ ਨੂੰ ਆਪਣਾ ਮਿੱਤਰ ਬਣਾਉਂਦਾ। ਸੰਗਤ ਮੀਤ ਮਿਲਾਪ, ਜਦੋਂ ਸੰਗਤ ਵਿੱਚ ਮਿਲ ਕੇ ਰਹਿੰਦਾ, ਸੰਗਤ ਦੇ ਨਾਲ ਮਿੱਤਰਤਾ ਵਾਲਾ ਵਿਹਾਰ ਕਰਦਾ। ਜਿਹੜਾ ਮਿਲਾਪ ਹੈ ਨਾ ਸੰਗਤ ਦੇ ਨਾਲ, ਉਹ ਮਨ ਵਿੱਚ ਕਿਸੇ ਕਿਸਮ ਦਾ ਕੋਈ ਛਲ ਕਪਟ ਕਰਕੇ ਨਹੀਂ ਕਰਦਾ, ਮਿੱਤਰਤਾ ਦੇ ਨਾਲ ਮਿਲ ਕੇ ਰਹਿੰਦਾ। ਅਤੇ ਹੁਣ ਸਾਧ ਸੰਗਤ ਤੀਰਥ ਹੈ, ਇਹਨੂੰ ਪੂਰਾ ਇਸ਼ਨਾਨ ਕਿਹਾ, ਪੂਰਾ ਨਾਮ ਨੂੰ। ਗਾਵੇ ਗਾਵਣ ਹਾਇ ਸ਼ਬਦ ਸੁਹਾਵਣੋ। ਸੋ ਜਿਹੜਾ ਗਾਉਣੇ ਵਾਲੇ ਦੇ ਗੁਣ ਗਾਉਂਦਾ, ਜਿਹੜਾ ਇਸ ਦੇ ਯੋਗ ਹੈ ਉਹਦੀ ਉਸਤਤੀ ਕਰਨੀ, ਜਿਹੜਾ ਉਸਤਤ ਕਰਨ ਦੇ ਯੋਗ ਹੈ, ਜਿਹਦੇ ਗੁਣ ਗਾਇਨ ਅਸੀਂ ਕਰਦੇ ਕਿ ਯੋਗ ਹੈ, ਰੱਬ ਯੋਗ ਹੈ। ਸ਼ਬਦ ਦੁਆਰਾ ਫਿਰ ਉਹਦੀ ਉਸਤਤੀ ਕਰਦੇ ਨੇ ਜਿਹੜੇ ਗੁਰਬਾਣੀ ਦੁਆਰਾ, ਜਿਹੜੇ ਸੱਚੇ ਦੇ ਗੁਣਾਂ ਦਾ ਗਾਇਨ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸ਼ਬਦ ਹੈ ਉਹਨਾਂ ਦੇ ਜੀਵਨ ਨੂੰ ਸੋਹਣਾ ਬਣਾ ਦਿੰਦਾ, ਸੁਹਾਵਣੋ, ਉਹਨਾਂ ਦਾ ਜੀਵਨ ਬੜਾ ਸੁੰਦਰ ਹੋ ਜਾਂਦਾ। ਸਾਲਾਹਿ ਸਾਚੇ ਮਨ ਸਤਿਗੁਰ, ਪੁੰਨ ਦਾਨ ਦਇਆ ਮਤੇ। ਸੋ ਸਤਿਗੁਰ ਨੇ ਜਦੋਂ ਸੱਚੇ ਦੀ ਸੋਝੀ ਦਿੱਤੀ ਗੁਰਬਾਣੀ ਦੁਆਰਾ, ਮਨ ਮੰਨ ਗਿਆ। ਜਦੋਂ ਸਤਿਗੁਰੂ ਜੀ ਸਮਝਾਉਂਦੇ ਨੇ ਤੇ ਮਨ ਸਮਝ ਜਾਂਦਾ। ਜਦੋਂ ਸਤਿਗੁਰਾਂ ਨੇ ਸੋਝੀ ਦਿੱਤੀ, ਮਨ ਮੰਨ ਗਿਆ ਅਤੇ ਮੰਨਿਆ ਹੋਇਆ ਜਦੋਂ ਮਨ ਸੱਚੇ ਦੀ ਸਿਫਤ ਸਲਾਹ ਕਰਦਾ, ਉਹ ਆ ਕਹਿੰਦੇ ਸਲਾਹ, ਉਹ ਆ ਸਿਫਤ। ਪੁੰਨ ਦਾਨ ਦਇਆ ਮਤੇ। ਅਸਲ 'ਚ ਦਾਨ ਪੁੰਨ ਇਹੋ ਹੀ ਹੈ ਕਿ ਸੱਚੇ ਦੀ ਸਿਫਤ ਸਲਾਹ ਕਰਨੀ। ਪੁੰਨ ਦਾਨ ਦਇਆ ਮਤੇ, ਜਿਹਦੇ ਮੱਤ ਵਿੱਚ ਦਇਆ ਹੈ ਉਹੀ ਦਾਨ ਪੁੰਨ ਕਰਦਾ। ਦਇਆ ਵਾਲੀ ਮੱਤ ਕਦੋਂ ਹੁੰਦੀ ਹੈ? ਜਦੋਂ ਗੁਰੂ ਦੀ ਮੱਤ ਧਾਰਨ ਕਰ ਲੈਂਦਾ। ਮਨਮੁੱਖਾਂ ਦੀ ਮੱਤ ਵਿੱਚ ਤਾਂ ਦਇਆ ਕਿੱਥੇ ਹੁੰਦੀ? ਉੱਥੇ ਸਵਾਰਥ ਹੁੰਦਾ। ਜਿਹੜੀ ਮੱਤ ਗੁਰੂ ਦੀ ਉਹ 'ਚ ਦਇਆ ਹੁੰਦੀ ਹੈ। ਗਤ ਸੰਗ ਮੀਤਾ, ਜਦੋਂ ਇਹ ਸਤਿਗੁਰੂ ਜੀ ਦੇ ਨਾਲ ਜਾਂ ਸੰਗਤ ਵਿੱਚ ਜਦੋਂ ਮਿੱਤਰਤਾਈ ਭਾਵਨਾ ਦੇ ਨਾਲ ਵਿਚਰਦਾ, ਮਿਲਾਪ ਕਰਕੇ ਰੱਖਦਾ, ਫਿਰ ਕਹਿੰਦੇ ਇਹਦੀ ਗਤੀ, ਫਿਰ ਇਹਦੀ ਅਵਸਥਾ ਬਣਦੀ ਹੈ। ਗਤ ਸੰਗ ਮੀਤਾ, ਸੰਗ ਮੀਤਾ, ਮੀਤਾ ਮਿੱਤਰ ਗੁਰੂ ਹੈ। ਗੁਰੂ ਦੇ ਨਾਲ ਜਦੋਂ ਸੰਗਤ ਕਰਦਾ, ਗੁਰਬਾਣੀ ਦੇ ਨਾਲ ਸੰਗ ਕਰਦਾ, ਫਿਰ ਅਵਸਥਾ ਬਣਦੀ ਹੈ। ਸੰਤ ਸੰਗਤ ਕਰ, ਫਿਰ ਜਿਹੜੇ ਗੁਰਮੁਖ ਪਿਆਰੇ ਨੇ, ਰੱਬੀ ਗੁਣਾਂ ਦੇ ਵਿਚਾਰ ਕਰਨੇ ਵਾਲੇ ਨੇ, ਉਹਨਾਂ ਦੀ ਹੀ ਸੰਗਤ ਕਰਦਾ। ਨਦਰ ਮੇਲ ਮਿਲਾਇਆ, ਫਿਰ ਗੁਰੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ। ਉਹ ਨਦਰ ਕਰਕੇ ਫਿਰ ਸੋ ਇਸ ਦਾ ਮੇਲ ਰੱਬ ਦੇ ਨਾਲ ਹੁੰਦਾ। ਜਦੋਂ ਗੁਰੂ ਨੇ ਮਿਹਰ ਦੀ ਨਿਗਾਹ ਕਰਨੀ, ਫਿਰ ਹੀ ਰੱਬ ਦੇ ਨਾਲ ਮਿਲਾਪ ਹੈ।
ਕਹਿਣ ਕਹਿ ਸਭ ਕੋਏ ਕੇਵੜ ਆਖੀਐ। ਕਹਿਣ ਨੂੰ ਤਾਂ ਸਾਰੇ ਹੀ ਕਹਿ ਰਹੇ ਨੇ, ਕਹਿਣ ਕਹਿ ਸਭ ਕੋਈ, ਹਰ ਕੋਈ ਕਹਿ ਰਿਹਾ ਰੱਬ ਵੱਡਾ, ਰੱਬ ਵੱਡਾ। ਪਰ ਉਹ ਕਿੱਡਾ ਵੱਡਾ? ਸੁਣ ਵੱਡਾ ਆਖੇ ਸਭ ਕੋਈ। ਸੁਣ ਸੁਣ ਕੇ ਵੱਡਾ ਕਹਿਣੇ ਵਾਲੇ ਤਾਂ ਬੜੇ ਨੇ, ਪਰ ਜਿਹੜੇ ਦੇਖ ਕੇ ਵੱਡਾ ਕਹਿੰਦੇ ਨੇ ਉਹਨਾਂ ਦੀ ਗਿਣਤੀ ਬੜੀ ਘੱਟ ਹੈ। ਕੇਵੜ ਵੱਡਾ, ਕਿੱਡਾ ਕੁ ਵੱਡਾ ਡੀਠਾ ਹੋਏ। ਦੇਖ ਕੇ ਹੀ ਕਿਹਾ ਜਾਂਦਾ ਕਿੱਡਾ ਕੁ ਵੱਡਾ। ਭਗਤਾਂ ਨੇ ਦੇਖ ਕੇ ਕਿਹਾ ਕਿੱਡਾ ਵੱਡਾ। ਕਹਿਣ ਕਹਿ ਸਭ ਕੋਈ ਕੇਵੜ ਆਖੀਐ। ਹੁਣ ਬਾਕੀ ਤਾਂ ਸਾਰੇ ਕਹੀ ਜਾ ਰਹੇ ਨੇ ਮੈਂ ਤੈਨੂੰ ਕਿੱਡਾ ਵੱਡਾ ਆਖਾਂ, ਮੈਂ ਤਾਂ ਮੈਨੂੰ ਨਹੀਂ ਵੇਖਿਆ। ਹਾਂ ਮੂਰਖ ਨੀਚ ਅਜਾਣ, ਨੀਚ ਕਰਮ ਨੇ ਮੇਰੇ। ਮੂਰਖ ਹਾਂ, ਸਮਝ ਨਹੀਂ ਪੈਂਦੀ, ਬੇਸਮਝ ਹਾਂ। ਤੇ ਕਿਰਪਾ ਕਿਰਪਾ ਕਰਕੇ ਮੈਨੂੰ ਅਜਾਣ ਨੂੰ, ਨੀਚ ਨੂੰ, ਮੂਰਖ ਨੂੰ ਸਮਝਾ ਸਾਖੀ ਹੈ। ਸਮਝਾ ਦਿਓ ਆਪਣੀ ਸਿੱਖਿਆ ਦੇ ਕੇ। ਸਾਖੀ ਕੁਝ ਦਿਖਾ ਕੇ ਸਮਝਾ ਦਿਓ, ਸਾਖੀ ਹੋ ਜਾਣੀ ਨਾ। ਕੌਤਕ, ਕਿਸੇ ਕੌਤਕ ਦੇ ਨਾਲ ਸਮਝਾ ਦਿਓ। ਅੱਖਰਾਂ ਦੁਆਰਾ ਮੈਨੂੰ ਸਮਝ ਨਹੀਂ ਲੱਗਦੀ, ਗਿਆਨ ਦੁਆਰਾ ਮੈਨੂੰ ਪਤਾ ਨਹੀਂ ਲੱਗਦਾ। ਹੁੰਦਾ ਕਿ ਵੇਲੇ ਪੜ੍ਹ ਸੁਣ ਕੇ ਸਮਝ ਨਹੀਂ ਲੱਗਦੀ, ਜਦੋਂ ਕੋਈ ਸਾਹਮਣੇ ਚੀਜ਼ ਪਲੇ ਹੁੰਦੀ ਵੇਖਦਾ ਨਾ ਅੱਖਾਂ ਦੇ ਨਾਲ, ਫਿਰ ਸਮਝ ਜਾਂਦਾ ਹੈ। ਤੁਸੀਂ ਆਪਣਾ ਕੌਤਕ ਕਰਕੇ ਮੈਨੂੰ ਸਮਝਾ ਦਿਓ, ਮੈਨੂੰ ਗਿਆਨ ਦੁਆਰਾ ਸਮਝ ਨਹੀਂ ਲੱਗਦਾ ਜੀ। ਸੱਚ ਗੁਰ ਕੀ ਸਾਖੀ, ਜਿਹੜੀ ਗੁਰੂ ਦੀ ਸਾਖੀ ਸਿੱਖਿਆ, ਸਾਖੀ ਸਿੱਖਿਆ ਜਿਹੜੀ ਦੋ ਹੀ ਤਰ੍ਹਾਂ ਆ। ਇੱਕ ਤਾਂ ਗੁਰਬਾਣੀ ਦੁਆਰਾ ਸਿੱਖਿਆ ਮਿਲਦੀ ਹੈ, ਇੱਕ ਜੋ ਮਹਾਰਾਜ ਨੇ ਕੌਤਕ ਕੀਤੇ ਹੁੰਦੇ ਨੇ ਉੱਦਾਂ ਸਿੱਖਿਆ ਮਿਲਦੀ ਹੈ। ਹੁਣ ਗੁਰੂ ਦੀ ਜਿਹੜੀ ਸਾਖੀ, ਗੁਰੂ ਦੀ ਸਿੱਖਿਆ ਜਿਹੜੀ ਹੈ ਇਹ ਸੱਚੀ ਹੀ ਸੱਚੀ ਹੈ। ਅੰਮ੍ਰਿਤ ਭਾਖੀ, ਗੁਰੂ ਨੇ ਜੋ ਬੋਲ ਕੇ ਸਾਨੂੰ ਦੱਸਿਆ। ਭਾਖੀ, ਭਾਖੀ ਹੁੰਦਾ ਬੋਲਣਾ, ਇਹ ਅੰਮ੍ਰਿਤ ਹੈ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੋ ਇਹ ਬਾਣੀ ਜਿਹੜੀ ਹੈ ਇਹ ਅੰਮ੍ਰਿਤ ਭਾਖੀ ਹੈ। ਸੋ ਇਹਦੇ 'ਚ ਨਿਰਾ ਅੰਮ੍ਰਿਤ ਹੀ ਅੰਮ੍ਰਿਤ ਹੈ। ਗੁਰਬਾਣੀ ਸਾਰਾ ਹੀ ਅੰਮ੍ਰਿਤ ਹੈ। ਤਿਤ ਮਨ ਮੰਨਿਆ ਮੇਰਾ। ਸੋ ਜਦੋਂ ਕੌਤਕ ਦਾ ਪਤਾ ਚੱਲਦਾ ਨਾ ਵੀ ਹਾਂ ਬਈ ਸੋ ਬਾਣੀ ਨਾਲ ਇੱਦਾਂ ਹੋ ਗਿਆ, ਬਾਣੀ ਨਾਲ ਆਹ ਸੱਚੇ ਪਾਤਸ਼ਾਹ ਨੇ ਕਿਰਪਾ ਕਰਦੇ ਤੇ ਮਨ ਮੰਨ ਜਾਂਦਾ। ਸੋ ਜੋ ਅੰਮ੍ਰਿਤ ਭਾਖੀ ਜਿਹੜੀ ਬਾਣੀ ਆ, ਬਾਣੀ ਦੇ ਨਾਲ ਜਦੋਂ ਕੌਤਕ ਹੋਏ ਨੂੰ ਪਤਾ ਲੱਗਦਾ ਵੀ ਕੌਤਕ ਇੱਦਾਂ ਹੋ ਜਾਂਦਾ ਹੈ ਵੀ ਉਹ ਬਾਣੀ ਦਾ ਬਲ ਸੀਗਾ, ਬਾਣੀ ਦੇ ਬਲ ਦੇ ਨਾਲ ਆਹ ਕਾਰਜ ਹੋ ਗਿਆ, ਬਾਣੀ ਦੇ ਬਲ ਦੇ ਨਾਲ ਆਹ ਕਾਰਜ ਹੋਇਆ, ਫਿਰ ਇਹਦੇ ਨਾਲ ਵੀ ਹੋਣ ਲੱਗ ਪੈਂਦਾ। ਕਹਿ ਕਹਿੰਦਾ ਸੀ ਇਹ ਕੰਮ ਨਹੀਂ ਹੋ ਸਕਦਾ, ਉਹ ਬਾਣੀ ਦੇ ਨਾਲ ਕਾਰਜ ਹੋ ਗਿਆ। ਉਹ ਕੌਤਕ ਜਿਹੜਾ ਉਹਨੂੰ ਦੇਖ ਕੇ ਮਨ ਮੰਨ ਗਿਆ, ਮਨ ਮੰਨ ਗਿਆ। ਭਾਈ ਬਿਧੀ ਚੰਦ ਜੀ ਦਿਸ਼ਾਲੇ ਲੈ ਕੇ ਕਹਿੰਦੇ ਸੋ ਭੱਠ 'ਚ ਵੜ ਗਏ। ਬਾਣੀ ਦੀ ਬਦੌਲਤ ਉਹਨਾਂ ਦਾ ਰੂਮ ਵੀ ਨਹੀਂ ਸੜਿਆ। ਸੋ ਇੱਦਾਂ ਦੇ ਅਨੇਕਾਂ ਕੌਤਕ ਨੇ। ਸੋ ਜਦੋਂ ਇਹਨਾਂ ਨੂੰ ਸੁਣਿਆ, ਪੜ੍ਹਿਆ, ਮਨ ਬਾਣੀ 'ਤੇ ਪਤੀਜ ਗਿਆ ਵੀ ਬਾਣੀ 'ਚ ਜੋ ਤਾਕਤ ਹੈ, ਜੋ ਸਮਰੱਥਾ ਹੈ, ਉਹ ਹੋਰ ਕਿਤੇ ਵੀ ਨਹੀਂ ਹੈ। ਸੋ ਫਿਰ ਮਨ ਮੇਰਾ ਜਿਹੜਾ ਉਹ ਮੰਨ ਗਿਆ। ਸੋ ਇਸੇ ਤਰ੍ਹਾਂ ਭਗਤਾਂ ਦਾ ਜੀਵਨ ਲਾ ਲਓ। ਭਗਤਾਂ ਦੇ ਜੀਵਨ ਵਿੱਚ ਵੀ ਬੜੇ ਉਤਰਾਅ ਚੜ੍ਹਾਅ ਆਏ ਨੇ। ਕਬੀਰ ਸਾਹਿਬ ਨੂੰ ਗੰਗਾ 'ਚ ਸਿੱਟਣ ਲੱਗੇ, ਗੰਗਾ ਦੀਆਂ ਲਹਿਰਾਂ ਦੇ ਨਾਲ ਹੀ ਜੰਜੀਰਾਂ ਟੁੱਟ ਗਈਆਂ, ਗੰਗਾ ਦੀਆਂ ਲਹਿਰਾਂ ਆਸਣ ਬਣ ਗਈਆਂ। ਕਿਉਂ? ਕਹਿੰਦੇ ਨਾਮ ਜਪਦੇ ਸੀ। ਤਾਂ ਮਨ ਮੰਨ ਗਿਆ ਵੀ ਨਾਮ 'ਚ ਬੜੀ ਤਾਕਤ ਹੈ, ਜਲ ਨਹੀਂ ਡੁੱਬੈ। ਨਾਮ 'ਚ ਕਿੱਡੀ ਤਾਕਤ ਹੈ, ਪਾਣੀ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ। ਮਨ ਮੰਨ ਗਿਆ ਨਾ, ਦੇਖ ਕੇ ਕੌਤਕ ਹੋ ਗਿਆ। ਸੋ ਇਸ ਤਰੀਕੇ ਦੇ ਨਾਲ ਇੱਦਾਂ ਦੀਆਂ ਜਦੋਂ ਸਾਖੀਆਂ ਮੈਂ ਸੁਣਦਾ ਫਿਰ ਅੰਮ੍ਰਿਤ ਭਾਖੀ 'ਤੇ ਤਿਤ ਮਨ ਮਾਨਿਆ ਮੇਰਾ। ਅੰਮ੍ਰਿਤ ਭਾਖੀ 'ਤੇ ਮਨ ਮੰਨ ਗਿਆ। ਕੂਚ ਕਰੈ ਆਵਹਿ ਬਿਖ ਲਾਦੇ, ਸ਼ਬਦ ਸੱਚਾ ਗੁਰ ਮੇਰਾ। ਹੁਣ ਕੂਚ ਤਾਂ ਸਾਰਿਆਂ ਨੇ ਕਰਨਾ ਇੱਥੋਂ। ਜਿਸ ਨੇ ਤਾਂ ਸ਼ਬਦ ਦੀ ਕਮਾਈ ਕਰ ਲਈ, ਉਹ ਫਿਰ ਜੋ ਵੀ ਬਿਖ ਜ਼ਹਿਰ ਲੱਦ ਕੇ ਆਇਆ ਸੀ। ਜਦੋਂ ਆਪਾਂ ਸੰਸਾਰ 'ਤੇ ਆਉਂਦੇ ਹਾਂ
ਤੇ ਭਾਈ ਜੋ ਮਾੜੇ ਕਰਮਾਂ ਦਾ ਸੀ ਲੇਖਾ ਭੁਗਤਣਾ ਹੁੰਦਾ, ਉਹ ਬਿਖ ਹੁੰਦੀ ਆ, ਜ਼ਹਿਰ ਹੁੰਦੀ ਹੈ। ਉਹਦੇ ਨਾਲ ਬੰਦਾ ਬੜਾ ਦੁਖੀ ਹੁੰਦਾ। ਜਦੋਂ ਮਾੜਾ ਕਰਮ ਭੋਗਣਾ ਪੈਂਦਾ ਹੈ, ਤਪਦਾ ਆ, ਬਿਲਕਦਾ ਆ, ਰੋਂਦਾ ਆ, ਕੁਰਲਾਉਂਦਾ ਆ, ਉਹ ਮਾੜਾ ਕਰਮ ਭੋਗਣਾ ਔਖਾ ਹੋ ਜਾਂਦਾ ਹੈ। ਸੋ ਇਹ ਬਿਖ ਲੱਦਿਆ ਹੋਇਆ ਆਉਂਦਾ, ਮਾੜੇ ਕਰਮਾਂ 'ਚ ਪੈ ਗਿਆ, ਸ਼ਬਦ ਦੇ ਨਾਲ ਜੁੜਿਆ ਨਹੀਂ, ਸਗੋਂ ਹੋਰ ਪਾਪ ਕੀਤੇ ਤੇ ਲੱਦਿਆ ਹੋਇਆ ਹੀ ਚਲਾ ਗਿਆ, ਕੂਚ ਕਰ ਗਿਆ। ਜਦੋਂ ਆਇਆ ਸੀ, ਜਨਮ ਲਿਆ ਸੀ, ਉਦੋਂ ਵੀ ਬਿਖ ਦੇ ਨਾਲ ਹੀ ਲੱਦਿਆ ਹੋਇਆ ਆਇਆ ਸੀ। ਇਹ ਤਾਂ ਹੋ ਹੀ ਨਹੀਂ ਸਕਦਾ ਨਾ ਵੀ ਸੋ ਸਾਰੇ ਹੀ ਇਹਦੇ ਪੁੰਨ ਹੀ ਪੁੰਨ ਸੀਗੇ। ਹਾਂ, ਅਵਤਾਰ ਆਉਂਦੇ ਨੇ ਸੋ ਜਿਹੜੇ ਫਿਰ ਖਾਸ ਡਿਊਟੀ ਕਰਦੇ ਨੇ, ਡਿਊਟੀ ਕਰਕੇ ਚਲੇ ਜਾਂਦੇ ਨੇ। ਪਰ ਜਿਹੜੇ ਸੋ ਆਮ ਜੀਵ ਆ ਰਹੇ ਨੇ, ਸੋ ਇਹਨਾਂ ਦੇ ਕਰਮ ਦੋਨੋਂ ਤਰ੍ਹਾਂ ਦੇ ਹੁੰਦੇ ਨੇ, ਚੰਗੇ ਵੀ ਤੇ ਮਾੜੇ ਵੀ। ਸੋ ਲੱਦੇ ਹੋਏ ਆ ਰਹੇ ਨੇ। ਹੁਣ ਇੱਥੇ ਆਣ ਕੇ ਚੰਗੇ ਕਰਮਾਂ ਦਾ ਫਲ ਸੁੱਖ ਭੋਗ ਲਿਆ, ਖਤਮ ਹੋ ਗਿਆ। ਮਾੜੇ ਕਰੀ ਗਿਆ ਹੋਰ ਲੱਦ ਹੋ ਗਿਆ। ਬਿਖ ਦੇ ਨਾਲ ਲੱਦ ਹੋ ਕੇ ਜਾਂਦੇ ਵੇਖੇ ਦੇਖੇ ਨੇ, ਸਾਹਿਬ ਜੀ ਕਹਿੰਦੇ ਨੇ। ਪਰ ਮੇਰੇ 'ਤੇ ਕਿਰਪਾ ਕਰ ਦਿੱਤੀ ਕਿ ਸ਼ਬਦ ਸੱਚਾ ਗੁਰ ਮੇਰਾ, ਇਹ ਗੁਰੂ ਨੇ ਸ਼ਬਦ ਦੁਆਰਾ ਮੈਨੂੰ ਸੋਝੀ ਦੇ ਦਿੱਤੀ ਹੈ ਵੀ ਮਨੁੱਖਾ ਜਨਮ ਰਤਨ ਹੈ, ਬਾਰ ਬਾਰ ਨਹੀਂ ਮਿਲਣਾ। ਇਸੇ ਕਰਕੇ ਮਿਲਿਆ ਮਨੁੱਖਾ ਜਨਮ ਕਿ ਤੂੰ ਆਪਣਾ ਲੇਖਾ ਮੁਕਾ ਸਕੇ, ਪਾਪ ਕੱਟ ਸਕੇ। ਸੋ ਇਹ ਮੈਨੂੰ ਸੋਝੀ ਗੁਰੂ ਨੇ ਦੇ ਦਿੱਤੀ। ਪਰ ਜਿਹਨੂੰ ਸੋਝੀ ਆਈ ਤੇ ਬਾਣੀ ਪੜ੍ਹਨ ਲੱਗ ਪੈਂਦਾ। ਤੇ ਗੁਰੂ ਦਾ ਕੰਮ ਹੈ, ਗੁਰੂ ਸਾਨੂੰ ਸੋਝੀ ਦਿੰਦਾ, ਗੁਰੂ ਸਾਨੂੰ ਦਿਖਾਲ ਦਿੰਦਾ ਵੀ ਆਹ ਕੰਮ ਚੱਲਦਾ ਪਿਆ। ਗੁਰਬਾਣੀ ਦੇ ਨਾਲ ਸੋਝੀ ਦੇਣ ਦਾ, ਕੋਈ ਗੁਰਬਾਣੀ ਨਾਲ ਨਹੀਂ ਸਮਝਦਾ, ਗੁਰੂ ਸੁਪਨੇ 'ਚ ਦਿਖਾਲ ਦਿੰਦਾ। ਭਾਈ ਅਗਲੀ ਦੁਨੀਆ ਵੀ ਦੇਖ ਲਾ, ਧਰਮ ਰਾਜਾ ਆ, ਕਚਹਿਰੀ ਹੈ, ਜਮ ਨੇ, ਲੇਖੇ ਹੁੰਦੇ ਨੇ, ਆਹ ਸਜ਼ਾਵਾਂ ਚੱਲਦੀਆਂ, ਦਿਖਾਲਦਾ ਵੀ ਹੈ। ਇੱਕ ਤਾਂ ਹੁੰਦਾ ਨਾ ਸ਼ਬਦ ਦੀ ਸੋਝੀ ਦੇਤੀ, ਉਹ ਸ਼ਬਦ ਦੁਆਰਾ ਸਾਨੂੰ ਦਿਖਾਲ ਦਿੱਤਾ। ਇੱਕ ਪ੍ਰਤੱਖ ਰੂਪ ਦੇ ਵਿੱਚ ਸੁਪਨੇ ਵਿੱਚ ਦਿਖਾਲ ਦਿੰਦਾ, ਕਿਉਂਕਿ ਇਹਨਾਂ ਅੱਖਾਂ ਦੇ ਨਾਲ ਤਾਂ ਦੇਖ ਹੀ ਨਹੀਂ ਸਕਦਾ ਸੀਨ। ਇਹ ਤਾਂ ਸੁਰਤ ਦੁਆਰਾ ਦੇਖੂ, ਫਿਰ ਉਹ ਸੁਰਤ ਨੂੰ ਖਿੱਚਦਾ, ਫਿਰ ਖਿੱਚ ਕੇ ਵੀ ਦਿਖਾਲ ਦਿੰਦਾ। ਬਈ ਇਹ ਕਈਆਂ ਨਾ ਹੋਇਆ, ਜਿਨ੍ਹਾਂ ਨੇ ਦੂਸਰੀ ਦੁਨੀਆ ਨੂੰ ਦੇਖਿਆ, ਇੱਕ ਥੋੜ੍ਹੀ ਹੈ, ਕਈ ਨੇ। ਆਖਣ ਟੋਟ ਨਾ ਭਗਤ ਭੰਡਾਰੀ, ਉਹਦੀ ਭਗਤੀ ਦੇ ਭੰਡਾਰੇ ਜਿਹੜੇ ਨੇ ਉਹ ਭਰੇ ਹੋਏ ਨੇ। ਇਹ ਜਿਹੜੇ ਪਾਪ ਨੇ ਨਾ, ਕਿੱਦਾਂ ਖਤਮ ਹੁੰਦੇ ਨੇ? ਜੋ ਅਸੀਂ ਬਿਖ ਲੱਦੀ ਹੋਈ ਹੈ, ਇਹ ਕਿੱਦਾਂ ਅਸੀਂ ਖਤਮ ਕਰ ਸਕਦੇ ਹਾਂ? ਇਹਨੂੰ ਖਾਣਾ ਤਾਂ ਕਿਸੇ ਨੇ ਨਹੀਂ, ਕੌਣ ਖਾਂਦਾ ਇਹਨੂੰ? ਹਰ ਇੱਕ ਆਪਣੇ ਪਾਪਾਂ ਦਾ ਬੋਝ ਆਪ ਹੀ ਚੱਕਦੇ ਨੇ। ਦੂਜੇ ਦੇ ਪਾਪ ਕੌਣ ਲਊਗਾ? ਕੋਈ ਲਊਗਾ ਦਰਗਾਹ ਦੇ ਵਿੱਚ? ਨਹੀਂ। ਮੇਰੇ ਕਰਮਾਂ ਦਾ ਹਿਸਾਬ ਕਰ ਦਿਓ ਜੀ, ਕੋਈ ਕਿਸੇ ਦੇ ਪਾਪਾਂ ਦਾ ਬੋਝ ਨਹੀਂ ਚੱਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਜੁਗਤੀ ਦੱਸੀ ਹੈ। ਕਹਿੰਦੇ ਭਗਤੀ ਦੇ ਨਾਲ ਹੈ ਨਾ, ਸੋ ਆਪਣੇ ਮਾੜੇ ਕਰਮਾਂ ਨੂੰ ਦਗਧ ਕੀਤਾ ਜਾ ਸਕਦਾ, ਸਾੜਿਆ ਜਾ ਸਕਦਾ, ਖਤਮ ਕੀਤਾ ਜਾ ਸਕਦਾ। ਸੋ ਇਹ ਦਗਧ ਕਿੱਦਾਂ ਹੁੰਦੇ ਨੇ ਪਾਪ? ਇਹ ਪਾਪ ਜਿਹੜੇ ਦਗਧ ਕਿੱਦਾਂ ਹੁੰਦੀ ਹੈ? ਤੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਕਿਰਪਾ ਕਰਕੇ ਤਾਂ ਕਹਿੰਦੇ ਇਹ ਦਗਧ ਉਦੋਂ ਪਾਪ ਹੁੰਦੇ ਨੇ ਜਦੋਂ ਇਹ ਭਗਤੀ ਕਰਦਾ। ਭਗਤੀ ਕਿੱਦਾਂ ਕਰਦਾ? ਭਗਤੀ ਉਦੋਂ ਹੁੰਦੀ ਜਦੋਂ ਭਗਤੀ ਦਿੰਦਾ, ਜਦੋਂ ਭਗਤ ਨੂੰ ਭਗਤੀ ਦੇ ਮੰਨ ਲਓ ਭਗਤ ਕੋਲੋਂ ਭਗਤੀ ਕਰਾਉਂਦਾ, ਫੇਰ ਹੀ ਪਾਪ ਇਹਦੇ ਦਗਧ ਹੁੰਦੇ ਨੇ। ਸੋ ਇਹ ਭਗਤ ਨੂੰ ਜਦੋਂ ਭਗਤੀ ਦਿੰਦਾ ਹੈ ਕਿ ਉਹ ਭਗਤੀ ਦਾ ਭੰਡਾਰਾ ਖਤਮ ਹੁੰਦਾ? ਸੱਚੇ ਪਾਤਸ਼ਾਹ ਕਹਿੰਦੇ ਨਹੀਂ। ਕਹਿੰਦੇ ਉਹਦੇ ਭਗਤੀ ਦੇ ਭੰਡਾਰੇ ਭਰੇ ਪਏ ਨੇ। ਜਿੰਨੀ ਮਰਜ਼ੀ ਕਿ ਉਹਦੇ ਕੋਲ ਬੰਦਗੀ ਮੰਗੀ ਜਾਵੇ, ਉਹਨੇ ਦੇਈ ਜਾਣੀ, ਭਗਤੀ ਦੇਈ ਜਾਣੀ ਹੈ, ਤੇ ਕਦੀ ਖਤਮ ਨਹੀਂ ਹੁੰਦੀ। ਫਿਰ ਕੋਈ ਖਾਸ ਦੁਕਾਨ ਹੋਵੇ, ਕੋਈ ਖਾਸ ਜਗ੍ਹਾ ਹੋਵੇ ਜਿੱਥੋਂ ਜਾ ਕੇ ਭਗਤੀ ਉਹਦੇ ਕੋਲੋਂ ਮੰਗੀ ਜਾ ਸਕਦੀ। ਪਤਾ ਹੀ ਆਪਾਂ ਨੂੰ ਵੀ ਆਹ ਵਸਤੂ ਇਸ ਸਟੋਰ ਤੋਂ ਮਿਲਦੀ ਆ। ਹੁਣ ਸੋਨਾ ਸੁਨਿਆਰੇ ਕੋਲੋਂ ਹੀ ਮਿਲਣਾ, ਹੋਰ ਤਾਂ ਕਿਤੇ ਮਿਲਣਾ ਨਹੀਂ। ਉਂਝ ਤਾਂ ਮਹਾਰਾਜ ਨੇ ਕਿਹਾ ਵੀ ਇੱਕੋ ਹੀ ਹੱਟੀ ਹੈ ਸਾਧ ਸੰਗਤ ਦੀ, ਇੱਕੋ ਹੀ ਹੱਟੀ ਹੈ ਜਿੱਥੋਂ ਨਾਮ ਮਿਲਦਾ ਹੈ। ਹੁਣ ਗੱਲ ਬੰਦਗੀ ਦੀ ਚੱਲਦੀ ਪਈ ਹੈ ਵੀ ਬੰਦਗੀ ਹੁੰਦੀ ਜਦੋਂ ਗੁਰੂ ਕਰਾਉਂਦਾ, ਜਦੋਂ ਗੁਰੂ ਬੰਦਗੀ ਦਿੰਦਾ ਹੈ, ਅਤੇ ਉਹਦਾ ਬੰਦਗੀ ਦਾ ਭਗਤੀ ਦਾ ਭੰਡਾਰਾ ਖਤਮ ਨਹੀਂ ਹੁੰਦਾ ਹੈ।
ਇਹ ਬੰਦਗੀ ਲੈਣ ਵਾਸਤੇ ਸਾਨੂੰ ਕਿੱਥੇ ਜਾਣਾ ਪਵੇਗਾ? ਇੱਕ ਤਾਂ ਸਾਧ ਸੰਗਤ ਤਾਂ ਹੈ ਹੀ ਹੈ, ਮੇਨ ਬ੍ਰਾਂਚ ਹੈੱਡਕੁਆਟਰ, ਇਹ ਤਾਂ ਮੇਨ ਸਟੋਰ ਹੈ। ਪਰ ਭਾਈ ਨਾਲ ਮਾਰਨ ਇਹ ਵੀ ਕਹਿ ਦਿੱਤਾ, ਕਹਿੰਦੇ ਪਰਮਾਤਮਾ ਪਰਮੇਸ਼ਰ ਹਰ ਇੱਕ ਜਗ੍ਹਾ 'ਤੇ ਭਰਪੂਰ ਰਿਹਾ ਸੋਈ, ਹਰੇਕ ਜਗ੍ਹਾ 'ਤੇ ਮੌਜੂਦ ਹੈ। ਜਦੋਂ ਵੀ ਤੂੰ ਉਹਨੂੰ ਯਾਦ ਕਰੇ, ਆਪਣੇ ਸਾਰੇ ਪਾਸਿਆਂ ਤੋਂ ਬਿਰਤੀ ਰੋਕ ਕੇ, ਆਪਣੀਆਂ ਡਿਮਾਂਡਾਂ ਮੰਗਾਂ ਰੋਕ ਕੇ ਉਹਨੂੰ ਇੱਕੋ ਹੀ ਮੰਗ ਮੰਗੇ, ਜਿੱਥੇ ਮਰਜ਼ੀ ਬੈਠ ਕੇ ਮੰਗ ਲਾ, ਜਿੱਥੇ ਮਰਜ਼ੀ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ, ਇਹ ਸਮਝ ਕੇ ਤੂੰ ਹਾਜ਼ਰ ਨਾਜ਼ਰ ਹੈ, ਮੈਂ ਤੇਰੇ ਸਾਹਮਣੇ ਹਾਂ, ਅਤੇ ਉਹ ਉੱਥੇ ਹੀ ਹੈ ਅਤੇ ਉੱਥੋਂ ਹੀ ਬਖਸ਼ਿਸ਼ ਕਰ ਦਿੰਦਾ ਹੈ। ਸੋ ਇੱਦਾਂ ਦਾ ਉਹਦਾ ਸਿਸਟਮ ਹੈ। ਇਸ ਕਰਕੇ ਇਹ ਨਹੀਂ ਵੀ ਇੱਕੋ ਹੀ ਜਗ੍ਹਾ 'ਤੇ ਪਈ, ਨਹੀਂ ਪਈ, ਉਹ ਤਾਂ ਭਰਪੂਰ ਹੈ ਹਰੇਕ ਜਗ੍ਹਾ 'ਤੇ। ਫਿਰ ਜਦੋਂ ਭਗਤੀ ਦਿੰਦਾ ਹੈ, ਥੋੜ੍ਹੀ ਵੀ ਥੋੜ੍ਹੀ ਦਊਗਾ, ਭਰਪੂਰ ਕਰ ਦਿੰਦਾ ਹੈ। ਜਦੋਂ ਇੱਕ ਕਿਣਕਾ ਵੀ ਉਹਦਾ ਭਰ ਦਿੰਦਾ, ਇੱਕ ਕਿਣਕਾ ਵੀ ਜਦੋਂ ਦਿੰਦਾ ਹੈ ਨਾ, ਅਤੇ ਉਹ ਭਗਤੀ ਦੇ ਨਾਲ ਹਿਰਦਾ ਦਾ ਲਬਾਲਾਭ ਭਰ ਦਿੰਦਾ ਭਗਤ ਦਾ। ਨਾਨਕ ਸਾਚੁ ਕਹੈ ਬੇਨੰਤੀ, ਮਨ ਮਾਂਜੈ ਸੱਚ ਸੋਈ। ਇੱਕ ਸੱਚੀ ਗੱਲ ਹੈ ਨਾ, ਬੇਨਤੀ ਰੂਪ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਅਸੀਂ ਦੱਸਦੇ ਹਾਂ, ਭਾਈ ਇਹ ਗੱਲ ਸਵੀਕਾਰ ਕਰ ਲਓ, ਐਵੇਂ ਨਾ ਆਪਣੇ ਆਪ ਨੂੰ ਸੱਚੇ ਸੁੱਚੇ ਬਣ ਕੇ ਰਿਹਾ ਕਰੋ। ਸੋ ਦਿਖਾਵਾ ਕਰਨ ਦੇ ਨਾਲ ਕੋਈ ਸੱਚਾ ਸੁੱਚਾ ਨਹੀਂ ਹੋ ਜੂ, ਭੇਖ ਕਰਨ ਦੇ ਨਾਲ ਕੋਈ ਸੱਚਾ ਸੁੱਚਾ ਨਹੀਂ ਹੋ ਜੂ, ਜ਼ਿਆਦਾ ਨੇਮੀ ਬਣਨ ਦੇ ਨਾਲ ਕੋਈ ਸੱਚਾ ਸੁੱਚਾ ਨਹੀਂ ਹੋ ਜੂ। ਕਹਿੰਦੇ ਜਿੰਨਾ ਚਿਰ ਮਨ ਨਹੀਂ ਮਾਂਜਿਆ ਜਾਂਦਾ, ਜਦੋਂ ਮਨ ਮਾਂਜਿਆ ਜਾਵੇਗਾ ਫਿਰ ਸੱਚਾ ਆ, ਜੇ ਮਨ ਨਹੀਂ ਮਾਂਜਿਆ ਫਿਰ ਸੱਚਾ ਨਹੀਂ ਆ। ਮਹਾਰਾਜ ਕਹਿੰਦੇ ਸਤਿਗੁਰਾਂ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨੋ ਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋਤਾਂ ਗਾਵੋ ਹਰੀ ਕੇਰਾ, ਮਨ ਜਿਨਹੀ ਵਸਾਇਆ। ਕਹਿ ਨਾਨਕ ਆਨੰਦ ਹੋ ਆਹ, ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੂੰ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋਖਿ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਤੈ ਸੋ ਪਾਵੇਂ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮਦਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰਿਸ਼ਾਨ ਸੁਖ ਮਨੈ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ, ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਾਲਾ ਜਿਤ ਕਰਤਾਰੀਆ, ਪੰਚ ਦੂਤ ਦਵਾਸ ਕੀਤੇ। ਕਾਲ ਕੰਠਕ ਮਾਰਿਆ, ਤੁਰ ਕਰਮ ਪਾਇਆ, ਤੁਰ ਜਿਨ ਕਉ ਸੇ ਨਾਮ ਹਰਖੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨ ਸੁਣੋ ਬਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ, ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੋਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ तो इधर आ जाओ, मैं उधर तारी तुम ते हो सो, तुम्हें जानी नानक दास करो। वाहिगुरु वाहिगुरु।
ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲ ਕੀ ਤਗ ਚਲਾਇਓ ਪੰਥ ਸਿੱਖਨ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮਿਲੇ। ਆਕੀ ਰਹੇ ਨਾ ਕੋਈ ਬਚੇ ਜੋ ਹੋਏ। ਚੜੇ ਸੁਤਰੇ ਪਾਰ ਗੁਰ ਪਾਰ ਕਲਗੀ ਸੋ ਹੈ ਸੀਸ ਗੁਰ ਕਲਗੀ ਧਾਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚਿ ਖਾਨਾ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਨਾਮ ਵਾਹਿਗੁਰੂ ਜੀ ਕਿਆ ਪੜੀਐ ਕਿਆ ਗੁਨੀਐ। ਕਿਆ ਬੇਦ ਪੁਰਾਨਾ ਸੁਨੀਐ। ਕਿਆ ਪੜੀਐ ਕਿਆ ਗੁਨੀਐ। ਕਿਆ ਬੇਦ ਪੁਰਾਨਾ ਸੁਨੀਐ। ਪੜੇ ਸੁਨੇ ਕਿਆ ਹੋਈ ਜੋ ਸਹਿਜ ਨ ਮਿਲਿਓ ਸੋਈ। ਹਰ ਕਾ ਨਾਮ ਨ ਜਪਸ ਗਵਾਰਾ ਕਿਆ ਸੋਚਹਿ ਬਾਰੰਬਾਰਾ ਰਹਾ। ਅੰਧਿਆਰੇ ਦੀਪਕ ਚਹੀਐ ਇਕ ਬਸਤ ਅਗੋਚਰ ਲਹੀਐ। ਬਸਤ ਅਗੋਚਰ ਪਾਈ ਕਟ ਦੀਪਕ ਰਹਿਆ ਸਮਾਈ। ਕਹਿ ਕਬੀਰ ਅਬ ਜਾਨਿਆ ਜਬ ਜਾਨਿਆ ਤਉ ਮਨ ਮਾਨਿਆ। ਮਨ ਮਾਨੇ ਲੋਗ ਨਾ ਪਤੀਜੈ ਨਾ ਪਤੀਜੈ ਤਉ ਕਿਆ ਕੀਜੈ। ਕਹਿ ਕਬੀਰ ਅਬ ਜਾਨਿਆ ਜਬ ਜਾਨਿਆ ਤਉ ਮਨ ਮਾਨਿਆ। ਮਨ ਮਾਨੇ ਲੋਗ ਨਾ ਪਤੀਜੈ ਨਾ ਪਤੀਜੈ ਤਉ ਕਿਆ ਕੀਜੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।